ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਣੀ ਗੁਰੂ ਦੇ ਅੰਦਰ ਜਿਸ ਵੇਲੇ ਧਰਮ ਦੀ ਗੱਲ ਕੀਤੀ ਗਈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬੋਲ ਆਖੇ ਕਿ ਇੱਕੋ ਧਰਮ ਦ੍ਰਿੜੈ ਸੱਚ ਕੋਈ, ਕਿ ਵਾਸਤਵ ਦੇ ਵਿੱਚ ਇੱਕੋ ਇੱਕ ਸਹੀ ਧਰਮ ਹੈ। ਆਪਣੇ ਜੀਵਨ ਦੇ ਅੰਦਰ ਸੱਚ ਨੂੰ ਦ੍ਰਿੜ ਕਰਨਾ, ਸੱਚਾਈ ਨੂੰ ਧਾਰਨ ਕਰਨਾ। ਔਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦਾ ਜਿਤਨਾ ਵੀ ਸੰਘਰਸ਼ ਆਪਾਂ ਦੇਖਦੇ ਹਾਂ, ਉਹਨਾਂ ਦੇ ਜੀਵਨ ਦੀ ਜਿਤਨੀ ਵੀ ਘਾਲਣਾ ਆਪਾਂ ਦੇਖਦੇ ਹਾਂ, ਉਹਨਾਂ ਦੇ ਬਚਪਨ ਤੋਂ ਲੈ ਕੇ ਅਖੀਰ ਤੱਕ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਜਿੰਨੀ ਵੀ ਲੜਾਈ ਲੜੀ, ਉਹ ਸਾਰੀ ਦੀ ਸਾਰੀ ਲੜਾਈ ਸਤਿਗੁਰਾਂ ਦੀ ਇਸ ਵਾਸਤੇ ਸੀ ਕਿ ਧਰਮ ਦੇ ਨਾਮ ਦੇ ਉੱਤੇ ਜਿਹੜੀਆਂ ਝੂਠੀਆਂ ਮਨੌਤਾਂ ਸਮਾਜ ਦੇ ਅੰਦਰ ਪ੍ਰਚਲਿਤ ਹਨ ਜਾਂ ਪ੍ਰਚਲਿਤ ਕੀਤੀਆਂ ਜਾ ਰਹੀਆਂ ਹਨ, ਉਹਨਾਂ ਮਨੌਤਾਂ ਨੂੰ ਤੋੜਨਾ। ਕਿਉਂਕਿ ਧਰਮ ਜੀਵਨ ਦੇ ਅੰਦਰ ਸੱਚ ਨੂੰ ਦ੍ਰਿੜ ਕਰਨਾ ਹੈ, ਸੱਚਾਈ ਨੂੰ ਧਾਰਨ ਕਰਨਾ ਹੈ। ਜਦ ਕਿ ਧਰਮ ਦਾ ਜਿਹੜਾ ਪ੍ਰਚਲਿਤ ਢਾਂਚਾ ਸਮਾਜ ਦੇ ਅੰਦਰ ਦਿਖਾਈ ਦੇ ਰਿਹਾ ਹੈ, ਉਹ ਇਹ ਸੀ ਕਿ ਸਭ ਤੋਂ ਜ਼ਿਆਦਾ ਝੂਠ ਜਿਹੜਾ ਹੈ, ਸਭ ਤੋਂ ਜ਼ਿਆਦਾ ਪਖੰਡ ਜਿਹੜਾ ਹੈ, ਸਭ ਤੋਂ ਜ਼ਿਆਦਾ ਛਲ ਕਪਟ ਜਿਹੜਾ ਹੈ, ਉਹ ਧਾਰਮਿਕ ਆਖੇ ਜਾਂਦੇ ਜਗਤ ਦੇ ਅੰਦਰ ਚੱਲਦਾ ਸੀ। ਅੱਜ ਵੀ ਤੁਸੀਂ ਦੇਖ ਲਓ, ਦੁਨੀਆ ਦੇ ਅੰਦਰ ਹਰੇਕ ਧੰਦੇ ਦੇ ਅੰਦਰ ਹੋ ਸਕਦਾ ਥੋੜ੍ਹਾ ਬਹੁਤਾ ਝੂਠ ਜਿਹੜਾ ਹੈ ਉਹ ਚੱਲਦਾ ਹੋਵੇ, ਪਰ ਜੇ ਕਿਸੇ ਧੰਦੇ ਦੇ ਅੰਦਰ ਸਭ ਨਾਲੋਂ ਜ਼ਿਆਦਾ ਝੂਠ ਚੱਲਦਾ ਹੈ ਤੇ ਉਹ ਕੇਵਲ ਤੇ ਕੇਵਲ ਧਰਮ ਦਾ ਇੱਕ ਧੰਦਾ ਹੈ। ਧਰਮ ਜਿਸ ਵੇਲੇ ਧੰਦਾ ਬਣ ਜਾਂਦਾ ਹੈ, ਫਿਰ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਝੂਠ ਜਿਹੜਾ ਹੈ ਪ੍ਰਚਲਿਤ ਹੋ ਜਾਂਦਾ ਹੈ। ਹੋਰ ਕਿਸੇ ਧੰਦੇ ਦੇ ਅੰਦਰ ਇੰਨਾ ਜ਼ਿਆਦਾ ਝੂਠ ਨਹੀਂ ਚੱਲਦਾ। ਕੋਈ ਮਨੁੱਖ ਦੁੱਧ ਵੇਚਦਾ ਹੋਵੇ, ਹੋ ਸਕਦਾ 10 ਕਿਲੋ ਦੁੱਧ ਦੇ ਵਿੱਚ ਉਹ 1 ਕਿਲੋ ਜਾਂ 2 ਕਿਲੋ ਪਾਣੀ ਮਿਲਾ ਕੇ ਕਹਿ ਦੇਵੇ ਕਿ ਮੇਰਾ ਦੁੱਧ ਜਿਹੜਾ ਹੈ ਬਿਲਕੁਲ ਖਾਲਸ ਹੈ, ਬਿਲਕੁਲ ਸ਼ੁੱਧ ਹੈ, ਇਹਦੇ ਵਿੱਚ ਮੈਂ ਬਿਲਕੁਲ ਪਾਣੀ ਨਹੀਂ ਮਿਲਾਇਆ। ਪਰ ਐਸਾ ਤੇ ਨਹੀਂ ਹੋ ਸਕਦਾ ਕਿ 10 ਕਿਲੋ ਦੁੱਧ ਦੀ ਜਗ੍ਹਾ ਤੇ ਉਹ 10 ਕਿਲੋ ਪਾਣੀ ਰੱਖ ਕੇ ਬੈਠ ਜਾਵੇ ਤੇ ਫਿਰ ਇਹ ਦਾਅਵਾ ਕਰੇ ਕਿ ਮੇਰਾ ਦੁੱਧ ਜਿਹੜਾ ਹੈ ਬਿਲਕੁਲ ਖਾਲਸ ਹੈ, ਬਿਲਕੁਲ ਸ਼ੁੱਧ ਹੈ। ਕੋਈ ਸੁਨਿਆਰਾ ਸੋਨੇ ਦਾ ਕੰਮ ਕਰਦਾ ਹੈ, ਹੋ ਸਕਦਾ ਹੈ 22 ਕੈਰਟ ਸੋਨੇ ਨੂੰ ਉਹ 23 ਕੈਰਟ ਦਾ ਸੋਨਾ ਕਹਿ ਕੇ ਵੇਚ ਰਿਹਾ ਹੋਵੇ, ਹੋ ਸਕਦਾ ਥੋੜ੍ਹਾ ਬਹੁਤਾ ਉਹ ਝੂਠ ਜਿਹੜਾ ਹੈ ਉੱਥੇ ਬੋਲ ਦਿੰਦਾ ਹੋਵੇ। ਪਰ ਐਸਾ ਤੇ ਨਹੀਂ ਹੋ ਸਕਦਾ ਕਿ ਬਿਲਕੁਲ ਲੋਹਾ ਰੱਖ ਕੇ ਆਖੀ ਜਾਵੇ ਕਿ ਇਹ ਸ਼ੁੱਧ 24 ਕੈਰਟ ਦਾ ਸੋਨਾ ਹੈ। ਉਸ ਦਾ ਧੰਦਾ ਨਹੀਂ ਚੱਲੇਗਾ। ਪਰ ਧਰਮ ਨੂੰ ਜਿਸ ਵੇਲੇ ਧੰਦਾ ਸਮਾਜ ਦੇ ਅੰਦਰ ਬਣਾ ਦਿੱਤਾ ਜਾਂਦਾ ਹੈ ਤੇ ਇਸ ਧਰਮ ਦੇ ਅੰਦਰ ਸਭ ਤੋਂ ਜ਼ਿਆਦਾ ਝੂਠ ਜਿਹੜਾ ਹੈ ਉਹ ਪ੍ਰਚਲਿਤ ਹੋ ਜਾਂਦਾ ਹੈ। ਜਿਤਨਾ ਕੋਈ ਜ਼ਿਆਦਾ ਝੂਠ ਬੋਲਦਾ ਹੈ, ਧਰਮ ਦੀ ਦੁਨੀਆ ਦੇ ਅੰਦਰ, ਸਮਾਜ ਦੇ ਅੰਦਰ, ਉਸ ਮਨੁੱਖ ਨੂੰ ਓਨਾ ਹੀ ਵੱਡਾ ਜਿਹੜਾ ਹੈ ਉਹ ਧਰਮੀ ਹੋਣ ਦਾ ਖਿਤਾਬ ਜਿਹੜਾ ਹੈ ਉਹ ਦੇ ਦਿੱਤਾ ਜਾਂਦਾ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦਾ ਜਿਤਨਾ ਵੀ ਸੰਘਰਸ਼ ਹੈ, ਉਹਨਾਂ ਦੇ ਬਚਪਨ ਦੀ ਗੱਲ ਜਦੋਂ ਆਪਾਂ ਜਨੇਊ ਪਾਉਣ ਦੀ ਗੱਲ ਦੇਖਦੇ ਹਾਂ ਤੇ ਪੰਡਤ ਉੱਥੇ ਇਹ ਆਖ ਰਿਹਾ ਸੀ ਕਿ ਜਨੇਊ ਪਹਿਨਣ ਦੇ ਨਾਲ ਮਨੁੱਖ ਜਿਹੜਾ ਹੈ ਗੁਰੂ ਵਾਲਾ ਬਣ ਜਾਂਦਾ ਹੈ। ਜਦ ਕਿ ਇਹ ਇੱਕ ਵੱਡਾ ਝੂਠ ਸੀ ਔਰ ਝੂਠ ਹੈ ਇਹ ਕਹਿਣਾ ਕਿ ਕਿਸੇ ਖਾਸ ਕਿਸਮ ਦੇ ਚਿੰਨ੍ਹਾਂ ਨੂੰ ਧਾਰਨ ਕਰਨ ਦੇ ਨਾਲ ਕੋਈ ਮਨੁੱਖ ਗੁਰੂ ਵਾਲਾ ਬਣ ਜਾਏਗਾ। ਉਹ ਚਿੰਨ੍ਹ ਚਾਹੇ ਹਿੰਦੂ ਮਤ ਦੇ ਹੋਵਣ, ਚਾਹੇ ਯੋਗ ਮਤ ਦੇ ਹੋਵਣ, ਚਾਹੇ ਇਸਲਾਮ ਦੇ ਹੋਵਣ ਤੇ ਚਾਹੇ ਅੱਜ ਸਾਡੇ ਸਿੱਖ ਧਰਮ ਦੇ ਹੋਵਣ, ਜੇ ਕੋਈ ਇਹ ਦਾਅਵਾ ਕਰੇ ਕਿ ਕੇਵਲ ਬਾਹਰੋਂ ਕੁਝ ਚਿੰਨ੍ਹ ਧਾਰਨ ਕਰਨ ਦੇ ਨਾਲ ਕੋਈ ਮਨੁੱਖ ਗੁਰੂ ਵਾਲਾ ਬਣ ਜਾਂਦਾ ਹੈ, ਕੋਈ ਮਨੁੱਖ ਧਰਮੀ ਬਣ ਜਾਂਦਾ ਹੈ, ਇਹ ਇੱਕ ਧਰਮ ਦੇ ਨਾਮ ਦੇ ਉੱਤੇ ਬੋਲਿਆ ਜਾਣ ਵਾਲਾ ਬਹੁਤ ਵੱਡਾ ਝੂਠ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਦੇ ਉੱਤੇ ਸਵਾਲ ਕਰਦੇ ਨੇ, ਕਹਿਣ ਲੱਗੇ ਕਿ ਇਸ ਤਰੀਕੇ ਦੇ ਨਾਲ ਕੋਈ ਮਨੁੱਖ ਧਰਮੀ ਕਿਵੇਂ ਬਣ ਗਿਆ? ਪੰਡਤਾ ਮੈਨੂੰ ਇਹ ਗੱਲ ਤੇ ਸਮਝਾ, ਦੁਨੀਆ ਦੇ ਅੰਦਰ ਉਹ ਕਿਹੜਾ ਇਹੋ ਜਿਹਾ ਗੁਨਾਹ ਹੈ, ਉਹ ਕਿਹੜਾ ਇਹੋ ਜਿਹਾ ਮਾੜਾ ਕਰਮ ਹੈ, ਉਹ ਕਿਹੜਾ ਇਹੋ ਜਿਹਾ ਪਾਪ ਹੈ ਜਿਹੜਾ ਗੁਨਾਹ ਮਨੁੱਖ ਧਰਮ ਦੇ ਚਿੰਨ੍ਹ ਧਾਰਨ ਕਰਨ ਤੋਂ ਬਾਅਦ ਕਰਨੋਂ ਹਟ ਜਾਂਦਾ ਹੈ। ਜਦੋਂ ਸਤਿਗੁਰੂ ਕਹਿੰਦੇ ਨੇ ਵੀ ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਸਜੀ ਨਾਲ ਤਗ ਕਪਾ ਉਹ ਕੱਤੀ ਹੈ, ਬਾਹਮਣ ਵਟੈ ਆਏ, ਕੋ ਬੱਕਰਾ ਰਿਨ ਖਾਇਆ, ਸਭ ਕੋ ਆਖੇ ਪਾਏ।
ਉਸੇ ਤਰੀਕੇ ਦੇ ਨਾਲ ਮਨੁੱਖ ਚੋਰੀਆਂ ਕਰਦਾ ਹੈ। ਧਰਮ ਦੇ ਚਿੰਨ੍ਹ ਧਾਰਨ ਕਰਕੇ ਉਸੇ ਤਰੀਕੇ ਦੇ ਨਾਲ ਮਨੁੱਖ ਵਿਵਚਾਰ ਕਰਦਾ ਹੈ, ਉਸੇ ਤਰੀਕੇ ਦੇ ਨਾਲ ਠੱਗੀਆਂ ਮਾਰਦਾ ਹੈ, ਉਸੇ ਤਰੀਕੇ ਦੇ ਨਾਲ ਮਨੁੱਖਾਂ ਨੂੰ ਗਾਲੀ ਗਲੋਚ ਕਰਦਾ ਹੈ। ਆਪਣਾ ਜ਼ਿੰਦਗੀ ਜਿਉਣ ਦਾ ਢੰਗ ਬਿਲਕੁਲ ਉਹੋ ਜਿਹਾ ਰੱਖਦਾ ਹੈ ਜਿਹੋ ਜਿਹਾ ਜ਼ਿੰਦਗੀ ਜਿਉਣ ਦਾ ਢੰਗ ਉਹ ਪਹਿਲਾਂ ਬਤੀਤ ਕਰਦਾ ਸੀ ਜਦੋਂ ਉਸਨੇ ਧਰਮ ਦੇ ਚਿੰਨ੍ਹ ਧਾਰਨ ਨਹੀਂ ਸਨ ਕੀਤੇ। ਤੇ ਸਤਿਗੁਰਾਂ ਨੇ ਕਹਿ ਦਿੱਤਾ, ਫਿਰ ਦੱਸ ਇਹ ਕਿਵੇਂ ਹੋ ਸਕਦਾ ਕਿ ਬਾਜ਼ਾਰ ਦੇ ਵਿੱਚੋਂ 4 ਕੌਡੀਆਂ ਦਾ 4 ਆਨਿਆਂ ਦਾ ਜਨੇਊ ਤੋਂ ਮੁੱਲ ਲਿਆ ਕੇ ਕਿਸੇ ਮਨੁੱਖ ਦੇ ਗਲ ਦੇ ਵਿੱਚ ਪਾ ਦਿੱਤਾ ਤੇ ਉਸ ਮਨੁੱਖ ਨੂੰ ਕਹਿ ਦਿੱਤਾ ਕਿ ਅੱਜ ਤੋਂ ਹੁਣ ਤੂੰ ਗੁਰੂ ਵਾਲਾ ਬਣ ਗਿਆ, ਜਦਕਿ ਗੁਰੂ ਵਾਲਾ ਤੇ ਉਹ ਬਣਿਆ ਕੋਈ ਨਹੀਂ। ਉਸ ਦੇ ਜੀਵਨ ਦੇ ਅੰਦਰ ਸਮਝ ਨਹੀਂ ਆਈ, ਉਸ ਦੇ ਜੀਵਨ ਦੇ ਅੰਦਰ ਗਿਆਨ ਨਹੀਂ ਆਇਆ, ਉਸ ਦੇ ਜੀਵਨ ਦੇ ਅੰਦਰ ਸਚਾਈ ਨਹੀਂ ਆਈ। ਤੋ ਜਿਸ ਨੂੰ ਭਾਈ ਗੁਰਦਾਸ ਜੀ ਨੇ ਆਖਿਆ ਸੀ ਨਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਨਿਰਮਲ ਪੰਥ ਚਲਾਇਆ, ਨਿਰਮਲ ਪੰਥ, ਮੈਲ ਤੋਂ ਰਹਿਤ ਇੱਕ ਰਸਤਾ, ਜਿਸ ਦੇ ਵਿੱਚ ਝੂਠ ਦੀ ਕੋਈ ਮੈਲ ਨਾ ਹੋਵੇ, ਜਿਸ ਦੇ ਵਿੱਚ ਦਿਖਾਵੇ ਦੀ ਮੈਲ ਨਾ ਹੋਵੇ, ਜਿਸ ਦੇ ਵਿੱਚ ਛਲ ਕਪਟ ਦੀ ਮੈਲ ਨਾ ਹੋਵੇ। ਇਹੋ ਜਿਹਾ ਇੱਕ ਪੰਥ ਜਿਹੜਾ ਹੈ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਚਲਾਇਆ, ਸ਼ਬਦ ਦੇ ਨਾਲ, ਗਿਆਨ ਦੇ ਨਾਲ, ਸਮਝ ਦੇ ਨਾਲ। ਪਰ ਅੱਜ ਇਹ ਸਾਡਾ ਅਵੇਸਲਾਪਨ ਹੈ ਕਿ ਉਹ ਸਾਰੀਆਂ ਮਨੌਤਾਂ ਜਿਨ੍ਹਾਂ ਦੇ ਖਿਲਾਫ ਗੁਰੂ ਸਾਹਿਬ ਜੀ ਆਵਾਜ਼ ਉਠਾਉਂਦੇ ਰਹੇ, ਉਹ ਕਿਸੇ ਨਾ ਕਿਸੇ ਬਦਲਵੇਂ ਰੂਪ ਦੇ ਅੰਦਰ ਸਾਡੇ ਆਪਣੇ ਘਰ ਦੇ ਅੰਦਰ ਪ੍ਰਵੇਸ਼ ਕਰ ਚੁੱਕੀਆਂ ਹਨ। ਜਿਨ੍ਹਾਂ ਮਨੌਤਾਂ ਦੇ ਉੱਤੇ ਗੁਰੂ ਸਾਹਿਬ ਨੇ ਆਪਣੇ ਜੀਵਨ ਕਾਲ ਦੇ ਅੰਦਰ ਜਾਂ ਗੁਰਬਾਣੀ ਦੇ ਰੂਪ ਦੇ ਵਿੱਚ ਸਤਿਗੁਰਾਂ ਨੇ ਸੱਟ ਮਾਰੀ ਸੀ ਔਰ ਜਿਨ੍ਹਾਂ ਮਨੌਤਾਂ ਨੂੰ ਤੋੜਿਆ ਸੀ, ਉਹ ਮਨੌਤਾਂ ਸਾਡੇ ਘਰਾਂ ਦੇ ਅੰਦਰ ਅੱਜ ਆਪਣਾ ਕਬਜ਼ਾ ਜਮਾ ਕੇ ਬੈਠੀਆਂ ਹਨ। ਜਿਹੜੇ ਝੂਠ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੱਟੇ ਸਨ, ਉਹੀ ਝੂਠ ਕਿਸੇ ਨਾ ਕਿਸੇ ਬਦਲਵੇਂ ਰੂਪ ਦੇ ਅੰਦਰ ਸਾਡੇ ਵਿੱਚ ਪ੍ਰਚਲਿਤ ਹੋ ਚੁੱਕੇ ਹਨ। ਅੱਜ ਤੇ ਇੰਝ ਜਾਪਦਾ ਕਿ ਜੇ ਅਸੀਂ ਆਪਣੇ ਗੁਰੂ ਸਾਹਿਬਾਨਾਂ ਦੇ ਜੀਵਨ ਦੀ ਵਡਿਆਈ ਵੀ ਸੰਸਾਰ ਦੇ ਲੋਕਾਂ ਨੂੰ ਦੱਸਣੀ ਹੋਵੇ ਤੇ ਸਾਨੂੰ ਸਤਿਗੁਰਾਂ ਦੀ ਵਡਿਆਈ ਦੱਸਣ ਵਾਸਤੇ ਕੋਈ ਵੱਡੇ ਤੋਂ ਵੱਡੇ ਝੂਠ ਦਾ ਸਹਾਰਾ ਲੈਣਾ ਪੈ ਰਿਹਾ ਹੈ। ਔਰ ਇਹ ਸਾਰਾ ਕੁਝ ਇਸ ਵਾਸਤੇ ਹੋਇਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਬਗੈਰ ਹੋਰ ਗ੍ਰੰਥ ਜਿਹੜੇ ਹਨ ਉਹ ਸਾਡੇ ਵਿਹੜੇ ਦੇ ਅੰਦਰ ਆਪਣੀ ਥਾਂ ਜਿਹੜੀ ਹੈ ਉਹ ਬਣਾਉਂਦੇ ਗਏ। ਸਿੱਖ ਵਿਰੋਧੀ ਅਨਸਰਾਂ ਵੱਲੋਂ ਉਹ ਲਿਖਤਾਂ ਸਿੱਖੀ ਦੇ ਵਿਹੜੇ ਦੇ ਵਿੱਚ ਸੁੱਟੀਆਂ ਗਈਆਂ ਤੇ ਸਿੱਖ ਅਖਵਾਉਣ ਵਾਲਿਆਂ ਨੇ ਸ਼ਰਧਾ ਦੇ ਨਾਮ ਦੇ ਉੱਤੇ ਉਹਨਾਂ ਲਿਖਤਾਂ ਨੂੰ ਅੱਖਾਂ ਬੰਦ ਕਰਕੇ ਪ੍ਰਵਾਨ ਕਰ ਲਿਆ ਔਰ ਆਪਣੇ ਧਾਰਮਿਕ ਅਸਥਾਨਾਂ ਦੇ ਉੱਤੇ, ਗੁਰਦੁਆਰਿਆਂ ਦੇ ਉੱਤੇ ਨਿਤਾ ਪ੍ਰਤੀ ਉਹਨਾਂ ਗ੍ਰੰਥਾਂ ਨੂੰ ਗਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਗ੍ਰੰਥਾਂ ਦੀਆਂ ਕਥਾ ਕਹਾਣੀਆਂ ਪ੍ਰਚਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਅੱਜ ਦੀ ਇਸ ਵੀਡੀਓ ਦੇ ਅੰਦਰ ਇੱਕ ਛੋਟਾ ਜਿਹਾ ਪ੍ਰਸੰਗ ਮੈਂ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਆਪ ਜੀ ਦੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਬਿਆਨ ਕਰਨ ਵਾਸਤੇ ਕਿਹੋ ਜਿਹਾ ਝੂਠ ਜਿਹੜਾ ਹੈ ਕਵੀ ਸੰਤੋਖ ਸਿੰਘ ਉਸ ਗ੍ਰੰਥ ਦੇ ਅੰਦਰ ਬੋਲਦੇ ਪਏ ਹਨ। ਹਾਲਾਂਕਿ ਉਸ ਗ੍ਰੰਥ ਦੇ ਅੰਦਰ ਸੈਂਕੜੇ ਨਹੀਂ ਹਜ਼ਾਰਾਂ ਇਹੋ ਜਿਹੇ ਗਲਤ ਪ੍ਰਸੰਗ ਜਿਹੜੇ ਹਨ ਉਹ ਮੌਜੂਦ ਹੋਣਗੇ, ਜਿੱਥੇ ਸ਼ਰਧਾ ਦੇ ਨਾਮ ਦੇ ਉੱਤੇ ਜਿਹੜੀਆਂ ਝੂਠੀਆਂ ਗੱਪ ਕਹਾਣੀਆਂ ਹਨ ਉਹ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਵੀ ਜੋੜੀਆਂ ਗਈਆਂ ਔਰ ਗੁਰੂ ਸਾਹਿਬਾਨ ਦੇ ਜਿਹੜੇ ਨਿਕਟਵਰਤੀ ਸਿੱਖ ਹਨ ਉਹਨਾਂ ਦੇ ਜੀਵਨ ਦੇ ਨਾਲ ਵੀ ਜੋੜੀਆਂ ਗਈਆਂ ਤੇ ਸਿੱਖ ਅਖਵਾਉਣ ਵਾਲਿਆਂ ਨੇ ਅੱਖਾਂ ਬੰਦ ਕਰਕੇ ਸ਼ਰਧਾ ਦੇ ਨਾਮ ਦੇ ਉੱਤੇ ਉਹਨਾਂ ਨੂੰ ਪ੍ਰਵਾਨ ਕਰ ਲਿਆ। ਖੈਰ, ਆਪਾਂ ਉਸ ਪ੍ਰਸੰਗ ਵੱਲ ਵੱਧਦੇ ਹਾਂ। ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਗੁਰਪ੍ਰਤਾਪ ਸੂਰਜ ਗ੍ਰੰਥ ਦੀ 6ਵੀਂ ਰੁੱਤ ਹੈ ਔਰ ਉਸ ਦਾ 24ਵਾਂ ਅਧਿਆਇ ਹੈ, ਜਿਸ ਦਾ ਸਿਰਲੇਖ ਹੈ ਕਿ ਇੱਕ ਸਿੱਖ ਨੇ ਪਾਰਸ ਭੇਟਾ ਕੀਤਾ। ਇਹਦੇ ਵਿੱਚ ਕਵੀ ਸੰਤੋਖ ਸਿੰਘ ਨੇ ਉਸ ਵੇਲੇ ਦਾ ਜ਼ਿਕਰ ਕੀਤਾ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਨੰਦਪੁਰ ਵਿਖੇ ਰਹਿ ਰਹੇ ਨੇ ਔਰ ਚੌਹਾਂ ਪਾਸਿਆਂ ਤੋਂ ਆਨੰਦਪੁਰ ਨੂੰ ਜਿਹੜਾ ਹੈ ਉਹ ਮੁਗਲਾਂ ਦਾ ਘੇਰਾ ਪੈ ਚੁੱਕਾ ਹੈ। ਉਸ ਵੇਲੇ ਸੰਤੋਖ ਸਿੰਘ ਕਹਿੰਦਾ ਵੀ ਕੇਤਕ ਦਿਵਸ ਬੀਤੇ ਸੁਖ ਪਾਈ ਕਿਸੂ ਦੇਸ਼ ਤੇ ਸੰਗਤ ਆਈ। ਉਸ ਵੇਲੇ ਕਿਸੇ ਦੇਸ਼ ਤੋਂ, ਕਿਸੇ ਇਲਾਕੇ ਤੋਂ ਕੁਝ ਸੰਗਤ ਜਿਹੜੀ ਸੀ ਕਿਸੇ ਤਰੀਕੇ ਦੇ ਨਾਲ ਉਹ ਸਤਿਗੁਰਾਂ ਨੂੰ ਮਿਲਣ ਵਾਸਤੇ ਆਨੰਦਪੁਰ ਵਿਖੇ ਪਹੁੰਚੀ ਤੇ ਉਸ ਸੰਗਤ ਦੇ ਵਿੱਚ ਇੱਕ ਸਿੱਖ ਸੀ। ਏਕ ਸਿੱਖ ਤਿਨ ਮੈਂ ਗੁਣਵੰਤਾ ਪਾਰਸ ਪਾਸ ਛੁਪਾਏ ਰਖੰਤਾ। ਉਸ ਸੰਗਤ ਦੇ ਵਿੱਚ ਇੱਕ ਇਹੋ ਜਿਹਾ ਗੁਣੀ ਸਿੱਖ ਸੀ ਜਿਸ ਸਿੱਖ ਦੇ ਕੋਲ ਇੱਕ ਪਾਰਸ ਸੀ।
ਜਿਹੜਾ ਪਾਰਸ ਲੋਹੇ ਨੂੰ ਸੋਨਾ ਬਣਾ ਸਕਦਾ ਹੈ। ਤੇ ਉਸਨੇ ਆਪਣੇ ਮਨ ਦੇ ਅੰਦਰ ਇਸ ਗੱਲ ਦੀ ਵਿਚਾਰ ਕੀਤੀ ਵੀ ਇਹ ਪਾਰਸ ਮੈਂ ਗੁਰ ਕੋ ਦੇ ਹੈ ਦਾਰਦ ਸਕਲ ਬਿਨਾਸੀ ਕਹਿ ਹੈ, ਕਿ ਇੱਥੇ ਦੇਖਿਆ ਹੈ ਕਿ ਚੌਹਾਂ ਪਾਸਿਆਂ ਤੋਂ ਅਨੰਦਪੁਰ ਨੂੰ ਘੇਰਾ ਪਿਆ ਹੋਇਆ ਹੈ, ਅੰਦਰ ਪ੍ਰਸ਼ਾਦੇ ਪਾਣੀ ਦੀ ਵੀ ਕਮੀ ਆ ਰਹੀ ਹੈ, ਤੇ ਜੇ ਇਹ ਮੈਂ ਆਪਣਾ ਪਾਰਸ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਪਣ ਕਰਦੇ ਹਾਂ ਤੇ ਇਸ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਵੀ ਦਲਿੱਦਰਤਾ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਵੀ ਗਰੀਬੀ ਹੈ, ਉਹ ਸਾਰੀ ਕੱਟੀ ਜਾਏਗੀ। ਗੁਰੂ ਸਾਹਿਬ ਪ੍ਰਸੰਨ ਹੋ ਜਾਵਣਗੇ, ਗੁਰੂ ਸਾਹਿਬ ਖੁਸ਼ ਹੋ ਜਾਣਗੇ। ਤੋ ਕਵੀ ਸੰਤੋਖ ਸਿੰਘ ਕਹਿੰਦਾ ਕਿ ਆਪਣੇ ਮਨ ਦੇ ਅੰਦਰ ਇਮ ਵਿਚਾਰ ਤਤਕਾਲ ਨਿਕਾਸਾ ਧਰਿਓ ਚਰਨ ਅਰਬੰਦਨ ਪਾਸਾ। ਆਪਣੇ ਚਿੱਤ ਦੇ ਅੰਦਰ ਇਹ ਵਿਚਾਰ ਕਰਕੇ ਇਸ ਸਿੱਖ ਨੇ ਉਹ ਪਾਰਸ ਆਪਣੇ ਬੋਝੇ ਵਿੱਚੋਂ ਕੱਢਿਆ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ। ਤੇ ਨਾਲ ਮਨ ਮੈਂ ਕਰ ਹੰਕਾਰ ਕਨੇਰਾ ਹਾਥ ਜੋੜ ਬੋਲਿਓ ਤਿਸ ਬੇਰਾ ਪ੍ਰਭ ਜੀ, ਇਹ ਪਾਰਸ ਮੈਂ ਦੇਨ ਜਿਸ ਤੇ ਸਭ ਦਾਰਦ ਹੋਏ ਹੀਨ। ਨਾਲ ਆਪਣੇ ਮਨ ਦੇ ਅੰਦਰ ਹੰਕਾਰ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਕਹਿਣ ਲੱਗਾ, ਪਾਤਸ਼ਾਹ ਇਹ ਪਾਰਸ ਹੈ, ਇਹ ਪਾਰਸ ਮੈਂ ਤੁਹਾਨੂੰ ਅਰਪਣ ਕਰ ਰਿਹਾ ਹਾਂ। ਇਸ ਪਾਰਸ ਦੀ ਸਹਾਇਤਾ ਦੇ ਨਾਲ ਤੁਹਾਡੇ ਦਾਰਦ ਜਿਹੜੇ ਹਨ, ਤੁਹਾਡੀ ਗਰੀਬੀ ਜਿਹੜੀ ਹੈ ਉਹ ਸਾਰੀ ਕੱਟੀ ਜਾਵੇਗੀ। ਤੇ ਸੰਤੋਖ ਸਿੰਘ ਕਹਿੰਦਾ ਹੈ ਕਿ ਜਾਨ ਹਿਰਦੇ ਕੀ ਕਰ ਮੈਂ ਗਹਿਓ ਨੀਕੀ ਰੀਤ ਸੋ ਪਾਰਸ ਲਹਿਓ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਿੱਖ ਦੇ ਕੋਲ ਉਹ ਪਾਰਸ ਲਿਆ ਹੈ। ਉਸ ਪਾਰਸ ਨੂੰ ਸਤਿਗੁਰਾਂ ਨੇ ਚੰਗੀ ਤਰ੍ਹਾਂ ਦੇਖਿਆ ਹੈ ਤੇ ਨਾਲ ਦੀ ਨਾਲ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਿੱਖ ਦੇ ਅੰਦਰ ਦੀ ਹਾਲਤ ਨੂੰ ਵੀ ਜਾਣ ਲਿਆ ਕਿ ਇਹ ਸਿੱਖ ਆਪਣੇ ਚਿੱਤ ਦੇ ਅੰਦਰ ਹੰਕਾਰ ਕਰਦਾ ਪਿਆ ਹੈ। ਤੋ ਪੁੰਨ ਜਲ ਮਹਿ ਸੋ ਦਇਓ ਬਗਾਈ ਜਹ ਤੇ ਖੋਜੇ ਹਾਥ ਨ ਆਈ। ਤੇ ਸਤਿਗੁਰਾਂ ਨੇ ਉਹ ਪਾਰਸ ਪਕੜ ਕੇ ਕਵੀ ਸੰਤੋਖ ਸਿੰਘ ਕਹਿੰਦਾ ਕਿ ਪਾਣੀ ਦੀ ਵਗਦੀ ਹੋਈ ਨਦੀ ਦੇ ਵਿੱਚ ਵਹਾ ਦਿੱਤਾ, ਰੋੜ ਦਿੱਤਾ। ਉੱਥੇ ਸਤਿਗੁਰਾਂ ਨੇ ਸੁੱਟ ਦਿੱਤਾ ਜਿੱਥੋਂ ਉਹ ਪਾਰਸ ਮੁੜ ਕੇ ਟੁੰਡਿਆਂ ਹੱਥ ਨਹੀਂ ਸੀ ਆ ਸਕਦਾ। ਤੋ ਹੇਰਤ ਸਿੱਖ ਭਇਓ ਹੈਰਾਨਾ ਇੱਕ ਟੱਕ ਪ੍ਰਭ ਕੋ ਦੇਖਣ ਠਾਨਾ। ਇਹ ਸਾਰਾ ਕੁਝ ਦੇਖ ਕੇ ਜਿਹੜਾ ਉਹ ਸਿੱਖ ਸੀ ਜਿਸ ਨੇ ਪਾਰਸ ਭੇਟਾ ਕੀਤਾ ਸੀ, ਉਹ ਬੜਾ ਹੈਰਾਨ ਹੋ ਗਿਆ ਕਿ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਇਹ ਕੀ ਕੀਤਾ। ਇਹ ਤੇ ਅਮੋਲਕ ਵਸਤੂ ਸੀ, ਇਹਦੇ ਨਾਲ ਤੇ ਸਤਿਗੁਰਾਂ ਦੀ ਸਾਰੀ ਗਰੀਬੀ ਜਿਹੜੀ ਸੀ ਉਹ ਕੱਟੀ ਜਾਣੀ ਸੀ। ਇਹਦੇ ਵਰਗੀ ਕੀਮਤੀ ਵਸਤੂ ਸੰਸਾਰ ਦੇ ਅੰਦਰ ਕਿਸੇ ਹੋਰ ਕੋਲ ਨਹੀਂ ਸੀ। ਤੋ ਸਿੱਖ ਜਿਹੜਾ ਹੈ ਆਪਣੇ ਚਿੱਤ ਦੇ ਅੰਦਰ ਝੂਰਦਾ ਪਿਆ ਹੈ। ਤੇ ਸੰਤੋਖ ਸਿੰਘ ਨੇ ਅਗਾਂਹ ਲਿਖਿਆ ਕਿ ਉਰ ਸੰਤਾਪ ਮੇਟ ਬੇਕਾਰਨ ਸ਼੍ਰੀ ਪ੍ਰਭ ਕੀਨੋ ਬਾਕ ਉਚਾਰਨ ਕਹਾਂ ਦਰਬ ਤੇਰੋ ਕੁਛ ਗਇਓ ਮੁਖ ਮੁਰਝਾਏ ਬਿਸੂਰਤ ਭਇਓ। ਸਤਿਗੁਰਾਂ ਨੇ ਇਹਦਾ ਸੰਤਾਪ ਮਿਟਾਉਣ ਵਾਸਤੇ ਅੰਦਰੋਂ ਜਿਹੜਾ ਝੂਰਦਾ ਪਿਆ ਹੈ, ਇਸ ਨੂੰ ਸਹੀ ਕਰਨ ਵਾਸਤੇ ਸਤਿਗੁਰੂ ਇਹਨੂੰ ਆਖਦੇ ਨੇ, ਸਿੱਖਾ ਤੂੰ ਕਿਉਂ ਝੂਰਦਾ ਪਿਆ, ਤੇਰਾ ਕਿਹੜਾ ਕੋਈ ਧਨ ਜਿਹੜਾ ਹੈ ਉਹ ਗਵਾਚ ਗਿਆ। ਪੱਥਰੀ ਅਰਪਣ ਕਰ ਧਰ ਪਾਏ ਲਖੀ ਨਿਕੰਮੀ ਦਈ ਬਿਗਾਏ। ਤੂੰ ਇੱਕ ਨਿਕੰਮੀ ਪੱਥਰੀ ਜਿਹੜੀ ਸੀ ਉਹ ਸਾਨੂੰ ਭੇਟਾ ਕੀਤੀ ਸੀ, ਅਸੀਂ ਆਪਣੇ ਕਿਸੇ ਕੰਮ ਦੀ ਨਾ ਜਾਣਦਿਆਂ ਹੋਇਆਂ ਉਹਨੂੰ ਪਾਣੀ ਦੇ ਵਿੱਚ ਰੋੜ ਦਿੱਤਾ ਹੈ। ਤੂੰ ਕਿਉਂ ਝੂਰਦਾ ਪਿਆ ਹੈ, ਤੂੰ ਕਿਉਂ ਦੁਖੀ ਹੁੰਦਾ ਪਿਆ। ਤੇ ਸੰਤੋਖ ਸਿੰਘ ਕਹਿੰਦਾ ਵੀ ਕਰ ਜੋਰਤ ਸਿੱਖ ਕਹਿਤ ਅਗੇਰੇ ਪੱਥਰੀ ਜਿਨ ਜਾਨੋ ਗੁਰ ਮੇਰੇ ਮੈਂ ਅਵਨੀ ਥਲ ਮੈਂ ਕਿਸ਼ਥਾਨਾ ਇਹ ਪਾਰਸ ਜਾਨੋ ਗੁਣਵਾਨਾ। ਸਿੱਖ ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਜਿਹਨੂੰ ਤੁਸੀਂ ਨਿਕੰਮੀ ਪੱਥਰੀ ਕਹਿੰਦੇ ਪਏ ਸੀ, ਇਹ ਤੇ ਪਾਰਸ ਸੀ। ਧਰਤੀ ਦੇ ਅੰਦਰ ਕਿਸੇ ਹੋਰ ਦੇ ਕੋਲ ਇਹੋ ਜਿਹਾ ਕੀਮਤੀ ਪਾਰਸ ਨਹੀਂ ਹੋਏਗਾ। ਇਹ ਤੇ ਲੋਹੇ ਨੂੰ ਸੋਨਾ ਬਣਾਉਣ ਦੀ ਸਮਰੱਥਾ ਰੱਖਦਾ ਸੀ, ਜਿਸ ਨੂੰ ਤੁਸੀਂ ਨਿਕੰਮਾ ਪੱਥਰ ਕਹਿ ਕੇ ਪਾਣੀ ਦੇ ਵਿੱਚ ਰੋੜ ਦਿੱਤਾ ਹੈ, ਸੁੱਟ ਦਿੱਤਾ ਹੈ। ਇਹ ਤੇ ਕੀਮਤੀ ਪਾਰਸ ਸੀ। ਤੇ ਸੰਤੋਖ ਸਿੰਘ ਫਿਰ ਕਹਿੰਦਾ ਕਿ ਸੁਨ ਗੁਰ ਸਿਥਿਲ ਹੋਏ ਕਰ ਕਹਿਓ ਸੋ ਹਮਨੇ ਪਾਰਸ ਨ ਲਹਿਓ ਜੇ ਕੀਮਤ ਜਾਣਤ ਬੜ ਤਾਹੀ ਤੋ ਕਿਉਂ ਗੇਰ ਦੇਤ ਜਲ ਮਾਹੀ। ਸਤਿਗੁਰੂ ਥੋੜੇ ਜਿਹੇ ਢਿੱਲੇ ਜਿਹੇ ਹੋ ਕੇ ਸਿੱਖ ਨੂੰ ਆਖਦੇ ਵੀ ਸਾਨੂੰ ਤੇ ਪਤਾ ਨਹੀਂ ਚੱਲਿਆ ਕਿ ਇਹ ਕੋਈ ਪਾਰਸ ਸੀ, ਅਸੀਂ ਤੇ ਉਸਨੂੰ ਨਿਕੰਮਾ ਪੱਥਰ ਜਾਣ ਕੇ ਪਾਣੀ ਦੇ ਵਿੱਚ ਸੁੱਟ ਦਿੱਤਾ। ਜੇ ਸਾਨੂੰ ਪਤਾ ਹੁੰਦਾ ਵੀ ਇਹ ਕੀਮਤੀ ਪਾਰਸ ਹੈ, ਫਿਰ ਅਸੀਂ ਉਸ ਨੂੰ ਪਾਣੀ ਦੇ ਵਿੱਚ ਕਿਉਂ ਵਗਾ ਕੇ ਮਾਰਨਾ ਸੀ। ਪਰ ਸਤਿਗੁਰੂ ਕਹਿੰਦੇ ਨੇ ਕੋਈ ਗੱਲ ਨਹੀਂ, ਅਬ ਚਿੰਤਾ ਨਿਜ ਹਿਰਦੇ ਵਿਸਾਰੋ ਪਾਰਸ ਹਮਰੋ ਦੇ ਵਿਚਾਰੋ। ਸਤਿਗੁਰੂ ਕਹਿਣ ਲੱਗੇ ਕੋਈ ਗੱਲ ਨਹੀਂ, ਹੁਣ ਚਿੰਤਾ ਨਾ ਕਰ, ਤੂੰ ਇਹ ਸਮਝ ਕਿ ਸਤਿਗੁਰਾਂ ਦਾ ਜਿਹੜਾ ਸਰੀਰ ਹੈ ਨਾ, ਸਤਿਗੁਰਾਂ ਦਾ ਸਰੀਰ ਵੀ ਇੱਕ ਪਾਰਸ ਦੀ ਨਿਆਈ ਹੈ। ਦੁਨੀਆ ਦੀ ਜਿੰਨੀ ਵੀ ਮਾਇਆ ਹੈ ਉਹ ਸਾਡੇ ਅਨੁਸਾਰੀ ਹੈ।
ਅਸੀਂ ਜਿਹਨੂੰ ਚਾਹੀਏ ਮਾਇਆ ਦੇ ਸਕਦੇ ਹਾਂ, ਜੇ ਤੋਂ ਚਾਹੀਏ ਅਸੀਂ ਮਾਇਆ ਖੋ ਸਕਦੇ ਹਾਂ। ਪਰ ਸੰਤੋਖ ਸਿੰਘ ਕਹਿੰਦਾ ਵੀ ਸਿੱਖ ਸੁਣ ਕੇ ਚੁੱਪ ਤੇ ਕਰ ਗਿਆ, ਪਰ ਅੰਦਰ ਉਹਦਾ ਜਿਹੜਾ ਭਰਮ ਸੀ, ਅੰਦਰ ਜਿਹੜੀ ਉਹਦੇ ਕਲਪਨਾ ਲੱਗੀ ਹੋਈ ਸੀ, ਉਹ ਖਤਮ ਨਾ ਹੋਈ। ਆਪਣੇ ਮਨ ਦੇ ਅੰਦਰ ਉਹ ਸੋਚਦਾ ਪਿਆ ਵੀ ਸਕਲ ਜਗਤ ਕੇ ਮਾਲਕ ਜੋਈ, ਤੋ ਪਾਰਸ ਦਿਖਰਾਵੇਂ ਸੋਈ, ਕੈ ਪਾਰਸ ਸਮ ਛੋਏ ਕੈ ਕਾਹੂ, ਕੰਚਨ ਕਰੈ ਬਨਾਵਨ ਤਾਹੂ। ਕਿ ਸਤਿਗੁਰੂ ਕਹਿੰਦੇ ਨੇ ਵੀ ਸਾਡਾ ਸਰੀਰ ਇੱਕ ਪਾਰਸ ਦੀ ਨਿਆਈ ਹੈ। ਜੇ ਵਾਕਈ ਇਹ ਗੱਲ ਸੱਚੀ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਕਿਸੇ ਚੀਜ਼ ਨੂੰ ਛੋਹ ਕੇ ਸਾਨੂੰ ਉਹਦਾ ਸੋਨਾ ਬਣਾ ਕੇ ਦਿਖਾ ਦੇਵਣ, ਫਿਰ ਮੈਨੂੰ ਯਕੀਨ ਆਏਗਾ ਕਿ ਵਾਕਿਆ ਹੀ ਸਤਿਗੁਰਾਂ ਦਾ ਜਿਹੜਾ ਸਰੀਰ ਹੈ ਇਹ ਵੀ ਇੱਕ ਪਾਰਸ ਹੈ। ਤੇ ਸੰਤੋਖ ਸਿੰਘ ਨੇ ਅੱਗਾਂ ਜਾ ਕੇ ਲਿਖਿਆ ਹੈ, ਜਦੋਂ ਤੁਸੀਂ ਇਸ ਦੇ 24ਵੇਂ ਪਦੇ ਦੇ ਉੱਤੇ ਪਹੁੰਚਦੇ ਹੋ ਤੇ ਉੱਥੇ ਬੋਲ ਲਿਖੇ ਨੇ ਕਿ ਤਿਸ ਕੀ ਲੱਖ ਕੈ ਗਤ ਮਹਾਰਾਜਾ, ਸਿੱਖ ਕੋ ਭਰਮ ਮਿਟਾਵਨ ਕਾਚਾ। ਸਿੱਖ ਦੇ ਅੰਦਰ ਇਹੋ ਜਿਹੀ ਵਿਚਾਰ ਚੱਲਦੀ ਪਈ ਆ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜਾਣਦੇ ਪਏ ਨੇ, ਤੇ ਸਿੱਖ ਦਾ ਭਰਮ ਮਿਟਾਉਣ ਵਾਸਤੇ ਫਿਰ ਕਰਨ ਪਿਸ਼ਾਬ ਉੱਠੇ ਚੱਲ ਗਏ, ਬੈਠ ਨਿਕਟ ਹੀ ਸ਼ੋਰਤ ਭਏ। ਉਸ ਦੇ ਭਰਮ ਨੂੰ ਮਿਟਾਉਣ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪਿਸ਼ਾਬ ਕਰਨ ਵਾਸਤੇ ਉੱਠੇ ਹਨ। ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਜਿੱਥੇ ਸਿੱਖ ਸੰਗਤ ਬੈਠੀ ਸੀ ਉੱਥੇ ਨੇੜੇ ਹੀ ਸਤਿਗੁਰਾਂ ਨੇ ਬੈਠ ਕੇ ਪਿਸ਼ਾਬ ਕਰ ਦਿੱਤਾ, ਬੈਠ ਨਿਕਟ ਹੀ ਸ਼ੋਰਤ ਪਏ। ਉੱਥੇ ਨੇੜੇ ਹੀ ਸਤਿਗੁਰੂ ਬੈਠ ਕੇ ਪਿਸ਼ਾਬ ਕਰਨ ਲੱਗੇ ਨੇ। ਤੇ ਫਿਰ ਉੱਠ ਕਰ ਖਰੇ ਭਏ ਤਬ ਹੇਰੇ, ਤੇ ਸਿੱਖ ਕੋ ਲੈ ਆਖਿਆ ਨੇਰੇ। ਪਿਸ਼ਾਬ ਕਰਨ ਤੋਂ ਬਾਅਦ ਗੁਰੂ ਕਲਗੀਧਰ ਪਾਤਸ਼ਾਹ ਉੱਠ ਕੇ ਖੜੇ ਹੋਏ ਹਨ, ਸਿੱਖ ਦਾ ਨਾਮ ਲੈ ਕੇ ਉਸ ਨੂੰ ਆਵਾਜ਼ ਦੇ ਕੇ ਕੋਲ ਬੁਲਾਇਆ ਹੈ ਤੇ ਆਖਿਆ ਹੈ ਕਿ ਆਨੋ ਜਲ ਕੋ ਹਾਥ ਪਖਾਰੈ, ਸੁਣ ਕਰ ਲੈ ਪਹੁੰਚਿਓ ਤਿਸ ਬਾਰੈ। ਸਤਿਗੁਰੂ ਕਹਿਣ ਲੱਗੇ ਕਿ ਸਿੱਖਾ ਪਾਣੀ ਲੈ ਕੇ ਆ, ਸਾਡੇ ਹੱਥ ਧਵਾ। ਤੇ ਸੰਤੋਖ ਸਿੰਘ ਕਹਿੰਦਾ ਹੈ ਕਿ ਸਿੱਖ ਉੱਠਿਆ, ਜਾ ਕੇ ਪਾਣੀ ਲੈ ਕੇ ਆਇਆ ਹੈ ਤੇ ਆਣ ਕੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਖਲੋ ਕੇ ਸਤਿਗੁਰਾਂ ਦੇ ਹੱਥ ਧਵਾ ਰਿਹਾ ਹੈ। ਥਿਤ ਹਵੈ ਗੁਰ ਕੇ ਹਾਥ ਧਵਾਏ, ਸਿੱਖ ਪਿਸ਼ਾਬ ਦਿਸ ਦ੍ਰਿਸ਼ਟ ਚਲਾਏ। ਸਿੱਖ ਨੇ ਸਤਿਗੁਰਾਂ ਦੇ ਹੱਥ ਧਵਾਏ ਤੇ ਨਾਲ ਦੀ ਨਾਲ ਸਿੱਖ ਨੇ ਉਸ ਪਾਸੇ ਵੱਲ ਦੇਖਿਆ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪਿਸ਼ਾਬ ਕੀਤਾ। ਕਵੀ ਸੰਤੋਖ ਸਿੰਘ ਕਹਿੰਦਾ ਵੀ ਦੇਖਦਾ ਪਿਆ ਹੈ ਕਿ ਜਹ ਜਹ ਧਾਰਾ ਧਰਨੀ ਭਰੀ, ਕੁੰਦਨ ਕੀ ਜਗਮਗ ਦੁੱਤ ਕਰੀ। ਕਿ ਜਿੱਥੇ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੀਤੇ ਹੋਏ ਪਿਸ਼ਾਬ ਦੀ ਧਾਰਾ ਧਰਤੀ ਦੇ ਉੱਤੇ ਪਈ ਹੈ, ਉਹ ਸਾਰੀ ਧਰਤੀ, ਜਿੱਥੇ ਜਿੱਥੇ ਸਤਿਗੁਰਾਂ ਨੇ ਪਿਸ਼ਾਬ ਕੀਤਾ, ਉਹ ਸਾਰੀ ਦੀ ਸਾਰੀ ਧਰਤੀ ਜਿਹੜੀ ਹੈ, ਸੰਤੋਖ ਸਿੰਘ ਕਹਿੰਦਾ ਸਿੱਖ ਦੇਖਦਾ ਪਿਆ, ਉਹ ਸਾਰੀ ਧਰਤੀ ਸੋਨੇ ਦੀ ਹੋ ਗਈ। ਕਿਤਕ ਦੇਰ ਲੱਗ ਰਹਿਓ ਵਿਚਾਰਤ, ਠੀਕ ਕਰਨ ਕੋ ਨੀਕ ਨਿਹਾਰਤ। ਚੰਗੀ ਤਰ੍ਹਾਂ ਧਿਆਨ ਦੇ ਨਾਲ ਆਪਣੀ ਤਸੱਲੀ ਕਰਨ ਵਾਸਤੇ ਉਸ ਧਰਤੀ ਨੂੰ ਇਹ ਸਿੱਖ ਕਿੰਨੀ ਦੇਰ ਤੱਕ ਦੇਖਦਾ ਰਿਹਾ। ਪਰ ਚਾਮੀ ਕਰਭਾ ਨਿਸ਼ਚੈ ਕੀਨ, ਬੈਠਿਓ ਆਣ ਹਰਖਤੇ ਹੀਨ। ਪਰ ਇਸ ਦੀ ਤਸੱਲੀ ਹੋ ਗਈ ਜਦੋਂ ਇਸ ਨੇ ਦੇਖਿਆ ਕਿ ਉਹ ਸਾਰੀ ਧਰਤੀ ਜਿਹੜੀ ਹੈ ਉਹ ਸੋਨਾ ਬਣ ਚੁੱਕੀ ਹੈ, ਔਰ ਸੋਨੇ ਦੀ ਨਿਆਈ ਉਹ ਧਰਤੀ ਜਿਹੜੀ ਹੈ ਉਹ ਚਮਕ ਰਹੀ ਹੈ। ਇਹ ਬੜਾ ਲੰਬਾ ਚੌੜਾ ਪ੍ਰਸੰਗ। ਇਸ ਤੋਂ ਅਗਾਮੀ ਕਵੀ ਸੰਤੋਖ ਸਿੰਘ ਨੇ ਇਹ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਵਡਿਆਈ ਬਿਆਨ ਕਰਨ ਵਾਸਤੇ, ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਸੰਸਾਰ ਨੂੰ ਦੱਸਣ ਵਾਸਤੇ। ਪਰ ਜਰਾ ਕੋ ਸੋਚੋ, ਜਦੋਂ ਇਹੋ ਜਿਹੀਆਂ ਗੱਪ ਕਹਾਣੀਆਂ ਅਸੀਂ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਨਾਲ ਜੋੜਾਂਗੇ ਤੇ ਗੁਰੂ ਸਾਹਿਬਾਨਾਂ ਦੀ ਦਿੱਤੀ ਹੋਈ ਗੁਰਬਾਣੀ ਰਾਹੀਂ ਸਿੱਖਿਆ ਜਿਹੜੀ ਹੈ, ਲੋਕੀ ਉਹਦੇ ਉੱਤੇ ਯਕੀਨ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਕਰਨਗੇ। ਕਿ ਗੁਰਬਾਣੀ ਤੇ ਧਰਮ ਉਸ ਨੂੰ ਕਹਿੰਦੀ ਹੈ ਜੀਵਨ ਦੇ ਅੰਦਰ ਸੱਚਾਈ ਨੂੰ ਧਾਰਨ ਕਰਨਾ, ਸੱਚ ਨੂੰ ਧਾਰਨ ਕਰਨਾ। ਔਰ ਅੱਜ ਸਾਡਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਹੋ ਜਿਹੇ ਗ੍ਰੰਥ, ਜਿਨ੍ਹਾਂ ਗ੍ਰੰਥਾਂ ਦੇ ਅੰਦਰ ਅਜਿਹੀਆਂ ਗੱਪ ਕਹਾਣੀਆਂ ਸੈਂਕੜੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੌਜੂਦ ਹਨ, ਇਹਨਾਂ ਗ੍ਰੰਥਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਮੰਜੀ ਸਾਹਿਬ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਆਈ ਹੀ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਆਈ ਹੀ ਇਹਨਾਂ ਗ੍ਰੰਥਾਂ ਦੇ ਉੱਪਰ ਵੀ ਉਸੇ ਤਰੀਕੇ ਦੇ ਨਾਲ ਰੁਮਾਲੇ ਪਾਏ ਜਾ ਰਹੇ ਹਨ। ਔਰ ਇਹਨਾਂ ਗ੍ਰੰਥਾਂ ਦੀ ਬਲਕਿ ਇਹਨਾਂ ਪ੍ਰਸੰਗਾਂ ਦੀ ਕਥਾ ਕੀਤੀ ਜਾ ਰਹੀ ਹੈ। ਮੈਂ ਇੱਕ ਕਲਿੱਪ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ, ਸੰਖੇਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਗਤ ਦੇ ਵਿੱਚ ਇਸੇ ਪ੍ਰਸੰਗ ਦੀ ਹੂਬਹੂ ਇਸੇ ਤਰੀਕੇ ਦੇ ਨਾਲ ਹੀ ਸੰਗਤ ਨੂੰ ਕਥਾ ਕਰਕੇ ਸੁਣਾਈ ਜਾ ਰਹੀ ਹੈ।
ਤੁਸੀਂ ਉਹ ਥੋੜਾ ਜਿਹਾ ਕਲਿੱਪ ਜਿਹੜਾ ਹੈ ਉਹ ਪਹਿਲਾਂ ਦੇਖ ਲਓ, ਫਿਰ ਇਸ ਦੇ ਉੱਤੇ ਥੋੜੀ ਜਿਹੀ ਹੋਰ ਗੱਲਬਾਤ ਕਰਦੇ ਹਾਂ। ਹਾਂਜੀ। ਇਹਨੇ ਦਾ ਮਨ ਦਾ ਭਰਮ ਸ਼ੰਕਾ ਦੂਰ ਕਰਨ ਲਈ ਕਰਨ ਪਿਸ਼ਾਬ ਉੱਠੇ ਚਲ ਗਏ। ਸਤਿਗੁਰੂ ਜੀ ਕਿਰਿਆ ਕਰਨ ਵਾਸਤੇ ਉੱਠ ਕੇ ਗਏ ਹਨ। ਬੈਠ ਨਿਕਟਹੀ ਸ਼ੋਰਤ ਅਤੇ ਭਏ। ਮਹਾਰਾਜ ਜੀ ਨੇ ਥੋੜੀ ਅੱਗੇ ਜਾ ਕੇ ਤੇ ਉਹ ਕਿਰਿਆ ਕੀਤੀ ਹੈ। ਉੱਠ ਕਰ ਖਰੇ ਭਏ ਤਬ ਜਦੋਂ ਹੇਰੇ। ਪਿਸ਼ਾਬ ਕਰਕੇ ਸਤਿਗੁਰੂ ਜੀ ਉੱਠੇ ਹਨ ਤਾ ਸਿੱਖ ਕੋਲੇ ਆਖੈ ਤੇ ਨੇਰੇ। ਉਸ ਸਿੱਖ ਨੂੰ ਮਹਾਰਾਜ ਜੀ ਨੇ ਆਵਾਜ਼ ਦਿੱਤੀ ਹੈ ਕਿ ਨੇੜੇ ਆਉਣ ਨੂੰ। ਅਨੋ ਜਲ ਕੋ ਹਾਥ ਪਖਾਰੈ। ਮਹਾਰਾਜ ਕਹਿੰਦੇ ਸਿੱਖ ਨੂੰ ਇਸੇ ਨੂੰ ਹੀ, ਜਾ ਭਾਈ ਜਲ ਲਿਆ ਤੇ ਸਾਡੇ ਹੱਥ ਸੁੱਚੇ ਕਰਾ। ਸੁਣ ਕਰ ਲੈ ਪਹੁੰਚੋ ਤਿਸ ਬਾਰੈ। ਉਹ ਸਿੱਖ ਜਲ ਲੈ ਕੇ ਮਹਾਰਾਜ ਜੀ ਦੇ ਇੱਕ ਗੱਲ ਹੋਰ ਚੇਤੇ ਰੱਖ ਲਿਓ ਇੱਥੇ ਕਿ ਇਹ ਕਥਾ ਜਿਹੜੀ ਹੈ ਕਿਸੇ ਆਮ ਸਧਾਰਨ ਕਿਸੇ ਪਿੰਡ ਦੇ ਅੰਦਰ, ਕਿਸੇ ਸਧਾਰਨ ਨਗਰ ਦੇ ਅੰਦਰ, ਕਿਸੇ ਛੋਟੇ ਜਿਹੇ ਗੁਰ ਅਸਥਾਨ ਦੇ ਉੱਪਰ ਨਹੀਂ ਹੋ ਰਹੀ। ਇਹ ਕਥਾ ਹੋ ਰਹੀ ਹੈ ਦਰਬਾਰ ਸਾਹਿਬ ਮੰਜੀ ਹਾਲ ਦੇ ਵਿਖੇ, ਅੰਮ੍ਰਿਤਸਰ, ਜਿਸ ਨੂੰ ਅਸੀਂ ਕੇਂਦਰੀ ਅਸਥਾਨ ਆਪਣਾ ਕਹਿ ਰਹੇ ਹਾਂ। ਉਸ ਕੇਂਦਰੀ ਅਸਥਾਨ ਦੇ ਉੱਤੋਂ ਇਹੋ ਜਿਹੀਆਂ ਗੱਪ ਕਹਾਣੀਆਂ ਕਿ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਪਿਸ਼ਾਬ ਕਰਦੇ ਨੇ ਉਹ ਧਰਤੀ ਜਿਹੜੀ ਆ ਸੋਨੇ ਦੀ ਹੋ ਜਾਂਦੀ ਹੈ। ਉਹ ਪ੍ਰਸੰਗ ਜਿਹੜਾ ਹੈ ਮੰਜੀ ਹਾਲ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸੁਣਾਇਆ ਜਾ ਰਿਹਾ ਹੈ। ਉਹ ਪ੍ਰਸੰਗ ਥੋੜਾ ਜਿਹਾ ਤੁਸੀਂ ਆਪ ਹੋਰ ਸੁਣ ਲਓ। ਹਾਂਜੀ। ਤਿਸ ਬਾਰੈ। ਉਹ ਸਿੱਖ ਜਲ ਲੈ ਕੇ ਮਹਾਰਾਜ ਜੀ ਦੇ ਹੱਥ ਸੁੱਚੇ ਕਰਾਉਣ ਉੱਥੇ ਪਹੁੰਚ ਗਿਆ। ਥਿਤ ਹੋਵੈ ਗੁਰ ਕੇ ਹਾਥ ਧਵਾਏ। ਸਤਿਗੁਰਾਂ ਦੇ ਪਾਸ ਇਹਨੇ ਖਲੋ ਕੇ ਮਹਾਰਾਜ ਜੀ ਦੇ ਹੱਥ ਸੁੱਚੇ ਕਰਾਏ ਨੇ ਜਲ ਨਾਲ। ਸਿੱਖ ਪਿਸ਼ਾਬ ਦਿਸ ਦ੍ਰਿਸ਼ਟ ਤੇ ਚਲਾਏ। ਸਤਿਗੁਰੂ ਦੀ ਜੀ ਕਿਰਿਆ ਹੋਈ ਹੈ ਪਿਸ਼ਾਬ ਦੀ, ਉੱਥੇ ਇਹਨੇ ਆਪਣੀ ਦ੍ਰਿਸ਼ਟੀ ਲਾ ਕੇ ਦੇਖਿਆ। ਜੈ ਜੈ ਧਾਰਾ ਧਰਨੀ ਪਰੀ। ਜਿੱਥੇ ਜਿੱਥੇ ਧਰਤੀ ਤੇ ਕਿਰਿਆ ਹੋਈ ਸੀ ਕੁੰਦਨ ਕੀ ਜਗਮਗ ਦੁੱਤ ਕੀ ਕਰੀ। ਦੇਖਦਾ ਹੈ ਜਿਸ ਤਰ੍ਹਾਂ ਬੜਾ ਕੀਮਤੀ ਸੋਨਾ ਜਗਮਗਾ ਰਿਹਾ ਹੋਵੇ, ਇਸ ਤਰ੍ਹਾਂ ਇਹਦੀ ਨਜ਼ਰ ਉੱਥੇ ਪਈ ਹੈ ਤੇ ਇਹਨੂੰ ਸਾਹਮਣੇ ਦਿਖਿਆ ਬੜਾ ਕੀਮਤੀ ਸੋਨਾ ਚਮਕ ਰਿਹਾ ਹੈ। ਇਹ ਤਾਂ ਸੰਗਤ ਜੀ ਸਤਿਗੁਰੂ ਜੀ ਦੀ ਸੋ ਆਪਣੀ ਮਹਾਰਾਜ ਜੀ ਦੀ ਐਸੀ ਅਵਸਥਾ ਹੈ, ਆਪਣੇ ਕੌਤਕ ਨੇ, ਪਰ ਮਹਾਰਾਜ ਜੀ ਦੇ ਐਸੇ ਸਿੱਖਾਂ ਦੇ ਵੀ ਬੇਅੰਤ। ਹਾਂਜੀ, ਸੁਣ ਲਿਆ ਤੁਸੀਂ ਕਿ ਕਿਸ ਬੇਸ਼ਰਮੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਇਹ ਪ੍ਰਸੰਗ ਸੰਗਤ ਦੇ ਵਿੱਚ ਸੁਣਾਇਆ ਜਾ ਰਿਹਾ ਹੈ। ਬਜਾਏ ਇਸ ਗੱਲ ਦੇ ਕਿ ਕਥਾ ਕਰਨ ਵਾਲਾ ਪ੍ਰਚਾਰਕ ਇਹ ਆਖਦਾ ਕਿ ਇਹ ਜੋ ਸੰਤੋਖ ਸਿੰਘ ਨੇ ਲਿਖਿਆ ਹੈ ਇਹ ਗਲਤ ਲਿਖਿਆ ਹੈ, ਬਕਵਾਸ ਲਿਖਿਆ ਹੈ, ਗੁਰੂ ਸਾਹਿਬ ਜੀ ਦੀ ਸ਼ਖਸੀਅਤ ਨੂੰ ਦਾਗੀ ਕਰਨ ਵਾਲਾ ਪ੍ਰਸੰਗ ਜਿਹੜਾ ਹੈ ਉਹ ਲਿਖਿਆ ਹੈ। ਜਦ ਕਿ ਕਥਾਵਾਚਕ ਉਸ ਕਥਾ ਦੇ ਅੰਦਰ ਇਸ ਪ੍ਰਸੰਗ ਨੂੰ ਜਸਟੀਫਾਈ ਕਰਨ ਵਾਸਤੇ, ਇਸ ਗੱਪ ਨੂੰ ਜਸਟੀਫਾਈ ਕਰਨ ਵਾਸਤੇ ਹੋਰ ਕਈ ਗੱਪਾਂ ਜਿਹੜੀਆਂ ਹੈ ਉਹ ਸੰਗਤਾਂ ਨੂੰ ਸੁਣਾ ਰਿਹਾ ਹੈ। ਤੁਸੀਂ PTC ਚੈਨਲ ਤੇ ਜਾ ਕੇ ਇਸ ਕਥਾ ਨੂੰ ਪੂਰੀ ਤੁਸੀਂ ਸੁਣ ਸਕਦੇ ਹੋ। ਪਰ ਵਿਚਾਰਨ ਦੀ ਜ਼ਰੂਰਤ ਹੈ, ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਸਮੇਂ ਉਸ ਵੇਲੇ ਦੇ ਪੁਜਾਰੀ ਨੂੰ, ਉਸ ਵੇਲੇ ਦੇ ਪਾਂਡੇ ਨੂੰ ਇਹ ਗੱਲ ਆਖਦੇ ਨੇ ਕਿ ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਜੇ ਉਸ ਵੇਲੇ ਪੰਡਤ ਨੂੰ ਆਖਦੇ ਨੇ ਪੰਡਤਾ ਝੂਠ ਨਾ ਬੋਲਿਆ ਕਰ, ਕੀ ਉਹ ਗੁਰੂ ਸਾਹਿਬ ਅੱਜ ਸਾਨੂੰ ਸਿੱਖ ਪ੍ਰਚਾਰਕਾਂ ਨੂੰ ਇਹ ਗੱਲ ਨਹੀਂ ਆਖਣਗੇ ਕਿ ਸਿੱਖ ਅਖਵਾਉਣ ਵਾਲੇ ਪ੍ਰਚਾਰਕੋ ਨਾ ਝੂਠ ਬੋਲੋ? ਸ਼ਾਇਦ ਜਿੰਨੀਆਂ ਫਟਕਾਰਾਂ ਗੁਰੂ ਸਾਹਿਬ ਨੇ ਉਸ ਵੇਲੇ ਦੇ ਪੁਜਾਰੀਆਂ ਨੂੰ ਪਾਈਆਂ, ਜੇ ਵਾਕਈ ਗੁਰੂ ਸਾਹਿਬ ਅੱਜ ਧਰਤੀ ਦੇ ਉੱਤੇ ਆਉਂਦੇ ਨੇ, ਕੋਈ ਇਹੋ ਜਿਹਾ ਵਿਧਾਨ ਹੋਵੇ ਤੇ ਗੁਰੂ ਸਾਹਿਬ ਉਸ ਵੇਲੇ ਦੇ ਪੁਜਾਰੀਆਂ ਨਾਲੋਂ ਸੈਂਕੜੇ ਗੁਣਾ ਜ਼ਿਆਦੀਆਂ ਫਟਕਾਰਾਂ ਜਿਹੜੀਆਂ ਹਨ ਅੱਜ ਸਿੱਖੀ ਦੇ ਆਖੇ ਜਾਂਦੇ ਇਹਨਾਂ ਪ੍ਰਚਾਰਕਾਂ ਨੂੰ ਪਾਉਣਗੇ। ਜੇ ਵਾਕਈ ਇਹ ਗੱਲ ਸੱਚੀ ਹੈ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਮਸੰਦਾਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਸਨ, ਤੇ ਜੇ ਉਹ ਗੁਰੂ ਗੋਬਿੰਦ ਸਿੰਘ ਜੀ ਅੱਜ ਧਰਤੀ ਦੇ ਉੱਤੇ ਆਵਣ ਤੇ ਉਹਨਾਂ ਮਸੰਦਾਂ ਦੇ ਨਾਲੋਂ ਵੀ ਜ਼ਿਆਦਾ ਕਰੜੀਆਂ ਸਜ਼ਾਵਾਂ ਜਿਹੜੀਆਂ ਹਨ ਸਾਡੇ ਵਰਗੇ ਆਖੇ ਜਾਂਦੇ ਸਿੱਖ ਧਰਮ ਦੇ ਇਹਨਾਂ ਪ੍ਰਚਾਰਕਾਂ ਨੂੰ ਦੇਣਗੇ। ਉਸ ਵੇਲੇ ਦੇ ਮਸੰਦਾਂ ਨੇ ਤੇ ਉਸ ਵੇਲੇ ਦੇ ਜਿਹੜਾ ਗੁਰੂ ਘਰ ਦੀ ਗੋਲਕ ਸੀ, ਪੈਸਾ ਸੀ, ਉਹਦੇ ਵਿੱਚ ਹੇਰਾਫੇਰੀ ਕੀਤੀ ਸੀ, ਉਹਨੂੰ ਲੁੱਟਿਆ ਸੀ। ਪਰ ਅੱਜ ਸਿੱਖੀ ਦੇ ਅਖਵਾਉਣ ਵਾਲੇ ਇਹ ਪ੍ਰਚਾਰਕ ਗੁਰੂ ਨਾਨਕ ਦੇ ਘਰ ਦੀ ਵਿਚਾਰਧਾਰਾ ਨੂੰ ਲੁੱਟਦੇ ਪਏ ਨੇ। ਉਹ ਗੋਲਕ ਦੇ ਨਾਲ ਠੱਗੀਆਂ ਮਾਰਦੇ ਸਨ ਮਸੰਦ, ਪਰ ਅੱਜ ਦੇ ਪ੍ਰਚਾਰਕ ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਨਾਲ ਠੱਗੀਆਂ ਮਾਰਦੇ ਪਏ ਹਨ। ਸੋ ਆਓ
ਸੁਚੇਤ ਹੋਈਏ, ਇਹਨਾਂ ਪ੍ਰਚਾਰਕਾਂ ਤੋਂ ਕੋਈ ਬਹੁਤੀ ਆਸ ਨਾ ਰੱਖੀਏ, ਆਪਣੇ ਭਲੇ ਦੀ ਆਪ ਸੁਚੇਤ ਹੋਈਏ, ਆਪੋ ਆਪਣਾ ਫਰਜ਼ ਪਹਿਚਾਣੀਏ, ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹੀਏ, ਵਿਚਾਰੀਏ, ਸਮਝੀਏ, ਔਰ ਜੋ ਕੁਝ ਸਾਡੀ ਸਮਝ ਦੇ ਵਿੱਚ ਆਉਂਦਾ ਹੈ ਫਿਰ ਦ੍ਰਿੜਤਾ ਦੇ ਨਾਲ, ਮਜ਼ਬੂਤੀ ਦੇ ਨਾਲ ਉਹਦੇ ਉੱਤੇ ਪਹਿਰਾ ਦਈਏ, ਉਹਨੂੰ ਆਪਣੇ ਜੀਵਨ ਦੇ ਅੰਦਰ ਲਾਗੂ ਕਰੀਏ। ਬਿਲਕੁਲ ਪਰਵਾਹ ਨਾ ਮੰਨੀਏ ਇਹੋ ਜਿਹੇ ਪੁਜਾਰੀਆਂ ਦੀ ਜੋ ਇਹੋ ਜਿਹੀਆਂ ਗੱਪ ਕਹਾਣੀਆਂ ਸਾਨੂੰ ਸੁਣਾ ਰਹੇ ਹਨ। ਕਹਿਣਾ ਪਏਗਾ ਲੱਖ 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 ਦੀ ਲਾਹਨਤ ਇਹੋ ਜਿਹੇ ਪ੍ਰਸੰਗ ਲਿਖਣ ਵਾਲਿਆਂ ਦੇ ਉੱਤੇ ਜਿਨ੍ਹਾਂ ਨੇ ਇਹ ਲਿਖ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਪਿਸ਼ਾਬ ਕਰਦੇ ਸਨ, ਪਿਸ਼ਾਬ ਕਰਕੇ ਉਹ ਧਰਤੀ ਨੂੰ ਸੋਨੇ ਦੀ ਬਣਾ ਦਿੰਦੇ ਸਨ। ਤੇ ਲੱਖ 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 ਲਾਹਨਤ ਉਹਨਾਂ ਪ੍ਰਚਾਰਕਾਂ ਦੇ ਉੱਤੇ ਜਿਹੜੇ ਇਹੋ ਜਿਹੇ ਪ੍ਰਸੰਗਾਂ ਨੂੰ ਦੁਨੀਆ ਦੇ ਵਿੱਚ ਪ੍ਰਚਾਰਦੇ ਪਏ ਨੇ, ਦੁਨੀਆ ਨੂੰ ਸੁਣਾਉਂਦੇ ਪਏ ਹਨ। ਇਹ ਕਹਿੰਦੇ ਪਏ ਹਨ ਕਿ ਇਸ ਤਰੀਕੇ ਦੇ ਨਾਲ ਅਸੀਂ ਗੁਰੂ ਸਾਹਿਬ ਜੀ ਦੀ ਵਡਿਆਈ ਨੂੰ ਸੰਸਾਰ ਦੇ ਅੰਦਰ ਪ੍ਰਚਾਰਦੇ ਪਏ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।